ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਇਸ ਵਾਰ ਗੰਭੀਰ ਇਲਜ਼ਾਮ ਲੱਗੇ ਨੇ ਐਮਐਲਏ ਸਾਹਿਬ ਦੇ ਉੱਪਰ। ਇਲਜ਼ਾਮ ਵੀ ਸਰਕਾਰੀ ਜ਼ਮੀਨ ਨੂੰ ਦੱਬਣ ਦੇ ਲੱਗੇ ਨੇ ਤੇ ਇਸ ਦੇ ਸੰਬੰਧ ਦੇ ਵਿੱਚ ਕੁਝ ਤੱਥ ਵੀ ਪੇਸ਼ ਕਰ ਦਿੱਤੇ ਗਏ ਨੇ। ਕਿਹਨਾਂ ਦੇ ਵੱਲੋਂ ਇਹ ਇਲਜ਼ਾਮ ਲੱਗੇ ਨੇ, ਕਿਸ ਐਮਐਲਏ ਦੇ ਉੱਪਰ ਇਲਜ਼ਾਮ ਲੱਗੇ ਨੇ ਤੇ ਤੱਥ ਕਿਸ ਤਰ੍ਹਾਂ ਦੇ ਪੇਸ਼ ਕੀਤੇ ਗਏ ਨੇ, ਗੱਲਬਾਤ ਉਸ ਦੇ ਉੱਪਰ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ। ਕੱਚੇ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਅਧਿਆਪਕਾਂ ਤੋਂ ਬਾਅਦ ਹੁਣ ਮੈਡੀਕਲ ਲਾਈਨ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਆਖਰ ਕਿਹੜੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ, ਕਿਸ ਦੇ ਵੱਲੋਂ ਵਾਅਦਾ ਕੀਤਾ ਗਿਆ ਤੇ ਕੀ ਹੁਣ ਇਹ ਮੁਲਾਜ਼ਮਾਂ ਨੂੰ ਸੱਚਮੁੱਚ ਸਰਕਾਰ ਪੱਕਾ ਕਰਨ ਜਾ ਰਹੀ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਭਗਵੰਤ ਮਾਨ ਦੇ ਨਹਿਲੇ ਦੇ ਉੱਪਰ ਮਾਰੇ ਦਹਿਲੇ ਦੀ, ਕਿਉਂਕਿ ਤੇਜ਼ ਤਰਾਰ ਸੀਐਮ ਨੇ ਹਰ ਇੱਕ ਵਾਰ ਦਾ ਪਲਟਵਾਰ ਕਰਦੇ ਨੇ। ਹੁਣ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਨਹਿਲੇ ਦੇ ਉੱਪਰ ਦਹਿਲਾ ਮਾਰਿਆ ਗਿਆ। ਕਿਹਦੇ ਨਹਿਲੇ ਨੂੰ ਦੱਬਣ ਦੇ ਲਈ ਦਹਿਲਾ ਮਾਰਿਆ, ਕੀ ਇਹ ਦਹਿਲਾ ਕਾਮਯਾਬ ਹੋ ਪਾਏਗਾ, ਗੱਲਬਾਤ ਉਸ ਦੇ ਉੱਪਰ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਸ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਆਮ ਆਦਮੀ ਪਾਰਟੀ 2022 ਦੇ ਵਿੱਚ ਗੀਤ ਨੂੰ ਲੈ ਕੇ ਸਾਹਮਣੇ ਆਈ ਸੀ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਹੈ। ਇਹ ਸ਼ਾਇਦ ਇਸ ਗੀਤ ਦੇ ਜੋ ਅਰਥ ਨੇ, ਮਾਨ ਸਰਕਾਰ ਦੇ ਵੱਲ ਗੱਲ ਕਰੀਏ ਜਾਂ ਫਿਰ ਭਗਵੰਤ ਮਾਨ ਜੀ ਦੇ ਹੀਰਿਆਂ ਦੀ ਗੱਲ ਕਰੀਏ, ਸ਼ਾਇਦ ਦੱਬਣ ਦਬਾਉਣ ਦੇ ਅਰਥ ਕੁਝ ਹੋਰ ਹੀ ਕੱਢ ਲਏ ਨੇ। ਕਿਉਂਕਿ ਦੱਬਣ ਦਬਾਉਣ ਦੇ ਮਾਮਲੇ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਐਮਐਲਏ ਸਾਹਿਬ ਰਹਿੰਦੇ ਨੇ, ਭਾਵੇਂ ਕੋਠੀ ਦੀ ਗੱਲ ਹੋਵੇ, ਭਾਵੇਂ ਸਰਕਾਰੀ ਏਸੀਆਂ ਦੀ ਗੱਲ ਹੋਵੇ। ਤੇ ਇੱਕ ਹੁਣ ਵੱਡਾ ਕਾਰਨਾਮਾ ਜਲਾਲਾਬਾਦ ਤੋਂ ਸਾਹਮਣੇ ਆਇਆ। ਗੋਲਡੀ ਕੰਬੋਜ ਜੀ, ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ। ਇਲਜ਼ਾਮ ਵੀ ਉੱਥੇ ਦੀ ਬੱਸ ਸਟੈਂਡ ਦੀ ਜ਼ਮੀਨ ਨੂੰ ਲੈ ਕੇ ਦੱਬਣ ਦੇ ਲਈ ਇਲਜ਼ਾਮ ਲੱਗੇ ਨੇ ਕਿ ਜ਼ਮੀਨ ਜੋ ਬੱਸ ਸਟੈਂਡ ਦੀ ਉਹਦੇ ਉੱਪਰ ਹੀ ਕੋਠੀ ਉਸਾਰਤੀ ਹੈ। ਆਪਣੀ ਕੋਠੀ ਦੇ ਵਿੱਚ ਜ਼ਮੀਨ ਸਰਕਾਰੀ ਉਹਨਾਂ ਨੇ ਮਰਜ ਕਰ ਲਈ ਹੈ। ਤੱਥ ਪੇਸ਼ ਕੀਤੇ ਗਏ ਨੇ। ਕਿਵੇਂ ਦੇਖ ਰਹੇ ਹੋ ਕਿ ਇਹ ਮਾਮਲਾ ਹੁਣ ਕਿਸ ਕਦਰ ਜਾਏਗਾ? ਕਿ ਭਗਵੰਤ ਮਾਨ ਦੀ ਸਰਕਾਰ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲਏਗੀ? ਤੇ ਸਭ ਤੋਂ ਵੱਡੀ ਗੱਲ, ਜਦੋਂ ਅੰਕੜੇ ਪੇਸ਼ ਹੋ ਗਏ ਨੇ, ਸਾਹਮਣੇ ਸਬੂਤ ਆ ਗਏ ਨੇ ਕਿ ਇਹ ਜੋ ਨਜਾਇਜ਼ ਕਬਜ਼ਾ, ਕਿਉਂਕਿ ਨਜਾਇਜ਼ ਕਬਜ਼ਿਆਂ ਦੇ ਉੱਪਰ ਵੱਡੀਆਂ ਤਕਰੀਰਾਂ ਦਿੱਤੀਆਂ ਜਾ ਰਹੀਆਂ ਨੇ ਮਾਨ ਸਰਕਾਰ ਵੱਲੋਂ, ਇਹ ਨਜਾਇਜ਼ ਕਬਜ਼ਾ ਹਟਾਇਆ ਜਾਏਗਾ ਜਾਂ ਮਾਮਲਾ ਫਿਰ ਠੰਡੇ ਵਾਸਤੇ 'ਚ ਜਾਏਗਾ? ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਮਾਨ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਆ ਆਮ ਆਦਮੀ ਪਾਰਟੀ ਦੇ ਦਲਬੀਰ ਜਿਹੜੇ ਵਿਧਾਇਕ ਨੇ ਜਲਾਲਾਬਾਦ ਤੋਂ, ਦਲਬੀਰ ਗੋਲਡੀ ਬਾਰੇ, ਉਸ ਬਾਰੇ ਆਪਾਂ ਗੱਲ ਬਾਅਦ 'ਚ ਕਰਦੇ। ਪਰ ਆਪਾਂ ਇੱਕ ਦਰਸ਼ਕਾਂ ਨੂੰ ਆਪਣੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਦੇ ਦਈਏ, ਜਿਹੜੀ ਆਪਾਂ ਕੱਲ ਆਪਣੇ ਪੇਜ ਤੇ ਵੀ ਪਾਈ ਸੀ, ਫੇਸਬੁੱਕ ਤੇ ਵੀ ਪਾਈ ਆ। ਸਾਡੇ ਸਰਪ੍ਰਸਤ ਜਿਹੜੇ ਸੁਖਵਿੰਦਰ ਸਿੰਘ ਸਿੱਧੂ ਨੇ, ਉਹਨਾਂ ਵੱਲੋਂ ਇੱਕ ਜਾਣਕਾਰੀ ਪ੍ਰਦਾਨ ਕੀਤੀ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਲੋਕਨਾਥ ਚੈਨਲ ਜਿਹੜਾ ਅਮਰੀਕਾ, ਕੈਨੇਡਾ ਔਰ ਆਸਟ੍ਰੇਲੀਆ ਤੋਂ ਇੱਕ ਸੈਟੇਲਾਈਟ ਚੈਨਲ ਦੇ ਰੂਪ ਦੇ ਵਿੱਚ ਆਪਣਾ ਪ੍ਰਸਾਰਣ ਜਿਹੜਾ ਉਹ ਸ਼ੁਰੂ ਕਰਨ ਜਾ ਰਿਹਾ। ਨਵਾਂ ਚੈਨਲ ਜਿਹੜਾ ਪ੍ਰੀਤ ਪੰਜਾਬੀ ਨਾਮ ਦੇ ਹੇਠ ਹੋਵੇਗਾ, ਜਿਹੜਾ ਦਰਸ਼ਕਾਂ ਨਾਲ, ਵਿਦੇਸ਼ਾਂ ਵਿੱਚ ਬੈਠੇ ਆਪਣੇ ਪੰਜਾਬੀ ਭਰਾਵਾਂ ਨਾਲ ਖਬਰਾਂ ਦੀ ਸਾਂਝ ਪਾਏਗਾ, ਮਨੋਰੰਜਨ ਦੀ ਸਾਂਝ ਪਾਏਗਾ। ਤੇ ਇਹ ਜਾਣਕਾਰੀ ਜਿਹੜੀ ਸੀ ਇਹ ਜ਼ਰੂਰੀ ਸੀ। ਪ੍ਰੀਤ ਪੰਜਾਬੀ ਨਾਮ ਦਾ ਸੈਟੇਲਾਈਟ ਚੈਨਲ ਜਿਹੜਾ ਹੈ ਲੋਕਨਾਥ ਦਾ, ਹੁਣ ਇਹ ਅਮਰੀਕਾ, ਕੈਨੇਡਾ ਔਰ ਆਸਟ੍ਰੇਲੀਆ ਤੋਂ ਆਪਣਾ ਪ੍ਰਸਾਰਣ ਜਲਦ ਸ਼ੁਰੂ ਕਰਨ ਜਾ ਰਿਹਾ। ਇਸ ਦੇ ਜਿਹੜੇ ਦਫ਼ਤਰ ਨੇ ਪਟਿਆਲਾ ਔਰ ਬਰੈਂਪਟਨ 'ਚ ਹੋਵੇਗਾ। ਇਹ ਇੱਕ ਜਾਣਕਾਰੀ ਜਿਹੜੀ ਦਰਸ਼ਕਾਂ ਨੂੰ ਜ਼ਰੂਰ ਦੇਣੀ ਬਣਦੀ ਸੀ। ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਪਿਆਰ ਸਾਡੇ ਦਰਸ਼ਕਾਂ ਨੇ ਲੋਕਨਾਥ ਚੈਨਲ ਨੂੰ ਕੀਤਾ, ਉਸੇ ਤਰੀਕੇ ਨਾਲ ਪ੍ਰੀਤ ਪੰਜਾਬੀ ਨੂੰ ਵੀ ਆਪਣਾ ਉਹ ਪ੍ਰਵਾਹ ਹੰਗਾਰਾ ਜਿਹੜਾ ਉਹ ਜ਼ਰੂਰ ਦੇਣਗੇ। ਇਹ ਲੋਕਨਾਥ ਚੈਨਲ ਦੇ ਵੱਧਦੇ ਕਦਮ ਨੇ ਜਿਹੜੇ ਅਸੀਂ ਵਿਦੇਸ਼ਾਂ ਦੇ ਵਿੱਚ ਅਸੀਂ ਆਪਣੇ ਹੁਣ ਨਵੇਂ ਮੀਲ ਪੱਥਰ ਸਥਾਪਿਤ ਕਰਨ ਜਿਹੜੇ ਆ ਉਹ ਜਾ ਰਹੇ ਹਾਂ। ਤੇ ਇਸ ਦਾ ਸਿਹਰਾ ਸਾਡੇ ਜਿਹੜੇ ਸਰਪ੍ਰਸਤ ਨੇ ਸੁਖਵਿੰਦਰ ਸਿੰਘ ਸਿੱਧੂ ਉਹਨਾਂ ਨੂੰ ਜਾਂਦਾ, ਜਿਹੜੇ ਅੱਜ ਉਹਨਾਂ ਦੀ ਵਤਨ ਵਾਪਸੀ ਜਿਹੜੀ ਆ ਹੋ ਰਹੀ ਹੈ। ਕੱਲ੍ਹ ਨੂੰ ਜਾਂ ਸ਼ਾਮ ਨੂੰ ਉਹ ਆਪ 'ਤੇ ਵੀ ਰੂਬਰੂ ਜਿਹੜੇ ਉਹ ਹੋਣਗੇ। ਤਾਂ ਖੈਰ ਮਾਨ ਸਾਹਿਬ, ਹੁਣ ਮੈਂ ਤੁਹਾਡੇ ਪ੍ਰਸ਼ਨ ਵੱਲ ਆਉਣਾ। ਬੜਾ ਇੱਕ ਇੰਟਰਸਟਿੰਗ ਮੁੱਦਾ ਜਿਹੜਾ ਉਹ ਸਾਹਮਣੇ ਆਇਆ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਗੋਲਡੀ ਦਾ। ਸਰ ਗੋਲਡੀ ਕੰਬੋਜ ਜੀ, ਗੋਲਡੀ ਕੰਬੋਜ ਜੀ, ਗੋਲਡੀ ਕੰਬੋਜ, ਮਾਫ ਕਰਨਾ, ਗੋਲਡੀ ਕੰਬੋਜ ਦਾ, ਜਿਹਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਬੱਸ ਸਟੈਂਡ ਦੇ ਵਿੱਚੋਂ ਇੱਕ ਪਾਸੇ 51 ਫੁੱਟ ਤੇ ਦੂਜੇ ਪਾਸੇ 25 ਫੁੱਟ, ਘੱਟੋ ਘੱਟ 76 ਫੁੱਟ ਜਿਹੜੀ ਜਗ੍ਹਾ ਆ ਉਹ ਨਜਾਇਜ਼ ਤੌਰ ਤੇ
ਆਪਣੀ ਜੱਦੀ ਕੋਠੀ ਦੇ ਵਿੱਚ ਜਿਹੜੀ ਅਕਵਾਇਰ ਕੀਤੀ ਹੈ, ਕਬਜ਼ਾ ਹੋਇਆ ਜਿਹੜਾ ਕੀਤਾ ਹੋਇਆ ਬੀਤੇ ਲੰਮੇ ਸਮੇਂ ਤੋਂ। ਤੇ ਹੁਣ ਜਦੋਂ ਕਿ ਉਹ ਆਪਣੀ 2.5 ਏਕੜ ਦੇ ਵਿੱਚ ਵੀ ਇੱਕ ਨਵੀਂ ਅਲੀਸ਼ਾਨ ਕੋਠੀ ਜਿਹੜੀ ਆ ਉਹ ਵੱਖਰੀ ਬਣਾ ਰਹੇ ਆ, ਪਰ ਇਹ ਕੋਠੀ ਜਿਹੜੀ ਉਹਨਾਂ ਦੀ ਬੱਸ ਸਟੈਂਡ ਦੇ ਵਿੱਚ ਬਣੀ ਹੈ, ਇਹ ਉਹਨਾਂ ਦੀ ਜੱਦੀ ਕੋਠੀ ਆ ਤੇ ਬੱਸ ਸਟੈਂਡ ਦਾ 75 ਫੁੱਟ ਦਾ ਇਹ ਜਿਹੜਾ ਰਕਬਾ ਆ ਉਹ ਨਜਾਇਜ਼ ਤੌਰ ਤੇ ਗੋਲਡੀ ਕੰਬੋ ਹੋਣਾ ਨੇ ਜਿਹੜਾ ਉਹ ਨੱਪਿਆ ਹੋਇਆ, ਔਰ ਅੱਜ ਦਾ ਨਹੀਂ ਬੜੇ ਲੰਮੇ ਸਮੇਂ ਦਾ। ਤੇ ਲੋਕਾਂ ਦੀ ਹੁਣ ਮੰਗ ਆ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਖ-ਵੱਖ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ, ਉਸੇ ਤਰੀਕੇ ਨਾਲ ਇਹ ਜਿਹੜਾ ਕਬਜ਼ਾ ਆ ਇਹ ਵੀ ਛਡਾਇਆ ਜਾਵੇ। ਲੋਕਾਂ ਦੀ ਮੰਗ ਹੈਗੀ ਹੈ। ਇੱਕ ਵਿਅਕਤੀ ਬਕਾਇਦਾ ਤੌਰ ਤੇ ਸਾਹਮਣੇ ਆਣ ਕੇ ਵੀਡੀਓ ਤੇ ਸਥਿਤੀ ਬਿਆਨ ਕਰ ਰਿਹਾ, ਔਰ ਨਾਲ ਹੀ ਨਾਲ ਗਰਦੌਰ ਦੀ ਰਿਪੋਰਟ ਜਿਹੜੀ ਹੈ ਉਹ ਵੀ ਉਸਨੇ ਨਸ਼ਰ ਜਿਹੜੀ ਹੈ ਉਹ ਕੀਤੀ ਹੈ। ਮਾਨ ਸਾਹਿਬ, ਇਹ ਕੋਈ ਪਹਿਲਾ ਮਾਮਲਾ ਜਿਹੜਾ ਅਸੀਂ ਕਹਿ ਸਕਦੇ ਕਿ ਹੈ ਪਹਿਲਾ ਮਾਮਲਾ ਨਹੀਂ ਹੈ, ਬਲਕਿ ਇਹੋ ਜਿਹੇ ਮਾਮਲੇ ਬੀਤੇ ਦੌਰ ਦੇ ਵਿੱਚ ਵੀ ਬਹੁਤ ਸਾਹਮਣੇ ਆਏ ਆ। ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜਾ ਸਰਹੱਦੀ ਜ਼ਿਲ੍ਹਾ, ਇੱਥੋਂ ਦੇ ਵੀ ਇੱਕ ਐਮਐਲਏ ਤੇ ਦੋਸ਼ ਨੇ, ਮੌਜੂਦਾ ਐਮਐਲਏ ਦੇ ਦੋਸ਼ ਨੇ ਕਿ ਉਸ ਦੀ ਸ਼ਹਿ ਤੇ ਨਗਰ ਨਿਗਮ ਦੀ 6 ਏਕੜ ਮਾਫ ਕਰਦਾ 6 ਕਨਾਲਾਂ ਜਿਹੜੀ ਪੈਲੀ ਆ, ਉਸ ਦੀ ਸ਼ਹਿ ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਤੌਰ ਤੇ ਵੱਲ ਲਈ ਗਈ। ਜਦੋਂ ਉਸ ਦੀ ਸੰਬੰਧ ਪ੍ਰਸ਼ਾਸਨ ਨੂੰ ਗਈ ਜਾਂ ਨਗਰ ਕੌਂਸਲ ਨੂੰ ਗਈ, ਤਾਂ ਨਗਰ ਕੌਂਸਲ ਨੇ ਆਪਣੇ ਕਮਿਸ਼ਨਰ ਨੂੰ ਇਸ ਸੰਬੰਧੀ ਕਾਰਵਾਈ ਕਰਨ ਕਿਹਾ, ਤਾਂ ਕਮਿਸ਼ਨਰ ਨੇ ਇਹ ਗੱਲ ਕਹੀ ਕਿ ਠੀਕ ਹੈ ਕਾਰਵਾਈ ਕਰਦੇ ਹਾਂ, ਪਰ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤੇ ਉਹਦੇ ਉੱਤੇ ਕਬਜ਼ਾ ਜਿਹੜਾ ਉਹ ਹੋ ਗਿਆ। ਬੀਤੇ ਦਿਨ ਇਹ ਖਬਰਾਂ ਜਿਹੜੀਆਂ ਸਨ ਇਹ ਵੀ ਆਈਆਂ ਸਨ, ਹਾਲਾਂਕਿ ਐਮਐਲਏ ਸਾਹਿਬ ਦਾ ਇਹ 'ਚ ਸਿੱਧਾ ਨਾਂ ਨਹੀਂ, ਪਰ ਇਹ ਲੱਗ ਰਿਹਾ ਮਤਲਬ ਜਿਸ ਤਰੀਕੇ ਨਾਲ ਚਰਚਾਵਾਂ ਨੇ, ਲੋਕ ਕਹਿੰਦੇ ਨੇ ਕਿ ਐਮਐਲਏ ਦੀ ਸ਼ਹਿ ਤੇ ਇਹ ਸਾਰਾ ਕੁਝ ਉੱਥੇ ਹੋਇਆ। ਸੋ ਇਸ ਤੋਂ ਇਲਾਵਾ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਸ ਤਰ੍ਹਾਂ ਏਸੀਆ ਦਾ ਮਸਲਾ ਸਾਹਮਣੇ ਆਉਂਦਾ, ਜਿਸ ਤਰੀਕੇ ਨਾਲ ਕਦੇ ਕੋਈ ਕੋਠੀ ਨੱਪਣ ਦਾ ਮਸਲਾ ਸਾਹਮਣੇ ਆ ਜਾਂਦਾ, ਕਿਤੇ ਐਨਆਰਆਈ ਦੀ ਕੋਠੀਆਂ ਦੇ ਸੰਬੰਧੀ ਉਹਨਾਂ ਨੂੰ ਵੇਚਣ ਦਾ ਮਸਲਾ ਆ ਜਾਂਦਾ। ਸੋ ਅਜਿਹੇ ਬਹੁਤ ਮਸਲੇ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿਨ ਬ ਦਿਨ ਉਜਾਗਰ ਜਿਹੜੇ ਆ ਉਹ ਹੁੰਦੇ ਰਹਿੰਦੇ ਨੇ। ਹੁਣ ਇਹ ਗੋਲਡੀ ਕੰਬੋਜ ਦਾ ਜਿਹੜਾ ਮਸਲਾ ਬੇਸ਼ੱਕ ਪੁਰਾਣਾ ਮਸਲਾ, ਪਰ ਜੇਕਰ ਸਰਕਾਰ ਨੇ ਪਾਰਦਰਸ਼ਤਾ ਇਸ ਮੁੱਦੇ ਤੇ ਲਿਆਉਣੀ ਹੈ, ਜਿਸ ਤਰੀਕੇ ਨਾਲ ਕੁਲਦੀਪ ਸਿੰਘ ਧਾਲੀਵਾਲ ਜਦੋਂ ਉਹਨਾਂ ਕੋਲ ਇਹ ਮਹਿਕਮਾ ਸੀ ਤਾਂ ਹਰ ਰੋਜ਼ ਉਹ ਨਜਾਇਜ਼ ਕਬਜ਼ਿਆਂ ਵੱਲ ਜਾਂਦੇ ਸਨ, ਨਜਾਇਜ਼ ਕਬਜ਼ੇ ਛਡਾਈ ਜਾਂਦੇ ਸਨ। ਸ਼ਾਮ ਨਾਲ ਜ਼ਮੀਨਾਂ ਜਿਨ੍ਹਾਂ ਉੱਤੇ ਅਸਰ ਸੂਖਦਾਰ ਬੰਦਿਆਂ ਦੇ ਕਬਜ਼ੇ ਸਨ ਉਹਨਾਂ ਨੂੰ ਛਡਾਉਣ ਦਾ ਦਾਅਵਾ ਜਿਹੜਾ ਕੀਤਾ ਜਾਂਦਾ ਸੀ। ਤੇ ਹੁਣ ਜਦੋਂ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਇੱਕ ਵਿਧਾਇਕ ਤੇ ਇਹ ਇਲਜ਼ਾਮ ਲੱਗੇ ਨੇ, ਤਾਂ ਫਿਰ ਕੁਦਰਤੀ ਤੌਰ ਤੇ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਪੰਜਾਬ ਸਰਕਾਰ ਦੀ ਆਪਣੇ ਵਿਧਾਇਕ ਦੇ ਪ੍ਰਤੀ ਕਿਹੋ ਜਿਹੀ ਭੂਮਿਕਾ ਹੋਵੇਗੀ। ਕੀ ਉਸ ਕੋਲ ਇਹ ਜਿਹੜਾ ਰਕਬਾ ਜਿਹੜਾ ਨਜਾਇਜ਼ ਤੌਰ ਤੇ 75 ਫੁੱਟ ਦਾ ਜਿਹੜਾ ਉਸਨੇ ਨੱਪਿਆ ਆਪਣੀ ਕੋਠੀ ਦੇ ਵਿੱਚ, ਕੋਠੀ ਦੀ ਅਸਾਰੀ ਜਿਹੜੀ ਆ ਉਹ ਬੱਸ ਸਟੈਂਡ ਦੇ 75 ਫੁੱਟ ਏਕੜ ਦੇ ਵਿੱਚ ਕੀਤੀ ਹੈ, ਕੀ ਸਰਕਾਰ ਉਸ ਕੋ ਛਡਾਏਗੀ? ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਹੈ, ਕਿਉਂਕਿ ਇੱਕ ਪਾਸੇ ਤਾਂ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਕੋਈ ਵੀ ਗੱਲ ਹੋਵੇ, ਚਾਹੇ ਸੁੱਖ ਵਿਲਾਸ ਹੋਵੇ, ਚਾਹੇ ਕੋਈ ਵੀ ਵੱਡੇ ਤੋਂ ਵੱਡੇ ਬੰਦੇ ਨੇ ਵੀ ਜੇਕਰ ਜਗ੍ਹਾ ਨੱਪੀ ਹੈ ਤਾਂ ਉਹ ਜਗ੍ਹਾ ਜਿਹੜੀ ਹਰ ਹਾਲਤ ਵਿੱਚ ਛਡਾ ਕੇ ਉਹ ਸਰਕਾਰ ਆਪਣੇ ਕਬਜ਼ੇ ਵਿੱਚ ਲਏਗੀ। ਪਰ ਦੂਜੇ ਪਾਸੇ ਜੇਕਰ ਸਰਕਾਰ ਦੀ ਆਪਣੀ ਹੀ ਮਸ਼ੀਨਰੀ ਦਾ ਇੱਕ ਅੰਗ ਅਜਿਹਾ ਕਰਦਾ ਤੇ ਲੋਕਾਂ ਸਾਹਮਣੇ ਇਹ ਮਸਲਾ ਤੱਥਾਂ ਸਹਿਤ ਆ ਜਾਂਦਾ, ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੇ ਵਿਰੁੱਧ ਤੁਰੰਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਪਰ ਲੱਗਦਾ ਨਹੀਂ ਮਾਨ ਸਾਹਿਬ ਕਿ ਸਰਕਾਰ ਇਹਦੇ ਸੰਬੰਧੀ ਕੋਈ ਕਾਰਵਾਈ ਕਰੂਗੀ। ਇਹ ਵੀ ਮਸਲਾ ਉਸੇ ਤਰੀਕੇ ਨਾਲ ਠੰਡੇ ਬਸਤੇ ਵਿੱਚ ਪੈ ਜਾਣਾ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਪਿਆ, ਕਿਉਂਕਿ ਜਿਹੜਾ ਮੋਗੇ ਦੇ ਵਿਧਾਇਕਾ ਜਿਹੜੀ ਸੀ ਜਿਹਦੇ ਸੰਬੰਧ ਵਿੱਚ ਏਸੀਆ ਦਾ ਮੁੱਦਾ ਸੀ, ਉਹ ਇਹਨਾਂ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉੱਠਿਆ, ਪਰ ਤੁਸੀਂ ਦੇਖ ਲਓ ਉਹਦੇ ਸੰਬੰਧੀ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ। ਸਰਬਜੀਤ ਕੌਰ ਮਾਨੂਕੇ ਦਾ ਕੇਸ ਲੈ ਲਓ, ਕਿੱਥੋਂ ਤੱਕ ਉਹ ਮਸਲਾ ਉੱਭਰਿਆ ਤੇ ਗੱਲ ਫਿਰ ਜਾ ਕੇ ਦੋਵਾਂ ਧਿਰਾਂ ਦੇ ਵਿੱਚ ਰਾਜੀਨਾਮਾ ਕਰਾ ਕੇ ਸਾਰੇ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਇਹੋ ਜਿਹੇ ਮੁੱਦੇ ਹੋਰ ਬੜੇ ਮੁੱਦੇ ਨੇ, ਚਾਹੇ ਫੌਜਾ ਸਿੰਘ ਸਰਾਰੀ ਦਾ ਮੁੱਦਾ ਹੋਵੇ ਜਿਹੜਾ ਆਪਣਾ ਹੀ ਇਹਨਾਂ ਦਾ ਮੰਤਰੀ ਸੀ, ਤਾਂ ਉਹਦੇ ਉੱਤੇ ਵੀ ਅੱਜ ਤੱਕ ਉਹਨਾਂ ਦੇ ਆਪਣੇ ਹੀ ਵਲੰਟੀਅਰ ਨੇ ਉਹਦੇ ਉੱਤੇ ਇਲਜ਼ਾਮ ਲਾਏ ਸਨ, ਉਹ ਵੀ ਮਸਲਾ ਠੰਡੇ ਬਸਤੇ 'ਚ। ਸੋ ਸਰਕਾਰਾਂ ਜਿਸ ਤਰੀਕੇ ਨਾਲ ਪਿਛਲੇ ਦੌਰ ਦੀਆਂ ਕਰਦੀ ਰਹੀਆਂ, ਇਹ ਮੌਜੂਦਾ ਸਰਕਾਰ ਵੀ ਅਜਿਹੀ ਹੀ ਨੀਤੀ ਤੇ ਚੱਲਦੀ ਮਹਿਸੂਸ ਹੋ ਰਹੀ ਆ। ਹੁਣ ਇਹ ਗੋਲਡੀ ਕੰਬੋਜ ਦਾ ਜਿਹੜਾ ਮਸਲਾ ਆ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮਸਲਾ, ਜਿਸ ਤਰੀਕੇ ਨਾਲ ਹੁਣ ਤੱਥਾਂ ਸਹਿਤ ਵਿਅਕਤੀ ਜਿਹੜੇ ਸਾਹਮਣੇ ਆਏ ਆ ਔਰ ਉਸਨੇ ਮੰਗ ਕੀਤੀ ਹੈ ਕਿ ਇਹ ਮਸਲਾ ਜਿਹੜਾ ਆ ਇਸ ਨੂੰ ਸੁਲਝਾਇਆ ਜਾਏ, ਜ਼ਮੀਨ ਜਿਹੜੀ ਛਡਾਇਆ ਜਾਵੇ, ਤਾਂ ਕੁਦਰਤੀ ਤੌਰ ਤੇ ਜੇ ਸਰਕਾਰ ਦੇ ਆਪਣੀ ਕਾਰਜਸ਼ੈਲੀ ਵਿੱਚ ਜਾਂ ਆਪਣਾ ਇਹ ਪੱਖ ਦੀ ਪਾਰਦਰਸ਼ਤਾ ਲਿਆਉਣੀ ਹੈ ਤਾਂ ਫਿਰ ਇਸ ਦੇ ਵਿਰੁੱਧ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਨੀ ਬਣਦੀ ਹੈਗੀ। ਜੀ ਬਿਲਕੁਲ ਬਿਲਕੁਲ ਸਰ, ਬਿਲਕੁਲ, ਕਿਉਂਕਿ ਜੇ ਜਲੰਧਰ ਦੀ ਗੱਲ ਕਰੀਏ, ਜਲੰਧਰ ਦੇ ਵਿੱਚ ਹੱਸਦੇ ਵਸਦੇ ਘਰਾਂ ਨੂੰ ਉਜਾੜ ਦਿੱਤਾ ਗਿਆ ਸੀ ਨਜਾਇਜ਼ ਕਬਜ਼ੇ ਛਡਾਉਣ ਦੇ ਚੱਕਰ ਦੇ ਵਿੱਚ, ਲੇਕਿਨ ਹੁਣ ਕੀ ਆਪਣੇ ਹੀ ਮੰਤਰੀ ਦੀ ਮਾਫ ਕਰਨਾ ਆਪਣੇ ਹੀ ਵਿਧਾਇਕ ਦੀ ਉਹ ਕੋਠੀ ਜਿਹੜੀ ਹੁਣ ਵਿਵਾਦਾਂ ਦੇ ਵਿੱਚ ਹੈ ਤੇ ਵਿਰੋਧੀ ਪਾਰਟੀਆਂ ਨੇ ਤੱਥ ਵੀ ਸਾਹਮਣੇ ਕੱਢ ਕੇ ਰੱਖ ਦਿੱਤੇ ਨੇ ਵੀ ਆਹ ਦੇਖੋ ਜੀ ਇਹ ਨਿਸ਼ਾਨਦੇਹੀ ਹੋਈ ਹੈ ਤੇ 75 ਫੁੱਟ ਤਕਰੀਬਨ 75 ਫੁੱਟ ਜਿਹੜੀ ਜਗ੍ਹਾ ਹੈ ਉਹ ਸਰਕਾਰੀ ਬੱਸ ਸਟੈਂਡ ਦੀ ਹੈ,
ਉਹਨੂੰ ਖਾਲੀ ਕਰਵਾਇਆ ਜਾਵੇ। ਕੀ ਸਰਕਾਰ ਹੁਣ ਕੀ ਭਗਵੰਤ ਮਾਨ ਇਸ ਤੋਂ ਐਕਸ਼ਨ ਲੈਣਗੇ, ਇਹ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਜਲੰਧਰ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆਗਾ ਹੱਸਦੇ ਵਸਦੇ ਘਰਾਂ ਨੂੰ ਉਜਾੜ ਕੇ ਰੱਖਿਆ ਗਿਆ ਸੀ ਸਰਕਾਰ ਵੱਲੋਂ ਇਹ ਨਜਾਇਜ਼ ਕਬਜ਼ੇ ਛਡਾਉਣ ਦੇ ਲਈ। ਹੁਣ ਇਸ ਮਾਮਲੇ 'ਚ ਮਾਨ ਸਰਕਾਰ ਦਾ ਐਕਸ਼ਨ ਕੀ ਹੋਏਗਾ, ਇਹ ਵੇਖਣ ਵਾਲੀ ਗੱਲ ਹੋਵੇਗੀ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੀ ਗੱਲ ਕਰੀਏ, ਕਿਉਂਕਿ ਤੇਜ਼ ਤਰਾਰ ਨੇ, ਹਰ ਇੱਕ ਗੱਲ ਦਾ ਜਵਾਬ ਦੇਣਾ ਜਾਣਦੇ ਨੇ। ਤੇ ਹੁਣ ਜੇ ਗੱਲ ਕਰੀਏ ਆਪਾਂ ਉਹਨਾਂ ਦੀ ਰਾਜਪਾਲ ਦੇ ਨਾਲ ਚੱਲ ਰਹੀ ਨੋਕ ਝੋਕ ਦੀ, ਪਿਛਲੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ, ਬਾਹਰ ਪਲਟਵਾਰ ਚੱਲ ਰਹੇ ਨੇ। ਜੇਕਰ ਰਾਜਪਾਲ ਸਾਹਿਬ ਕੁਝ ਕਹਿੰਦੇ ਨੇ ਤਾਂ ਤੁਰੰਤ ਜਵਾਬ ਮਾਨ ਸਾਹਿਬ ਵੱਲੋਂ ਵੀ ਦਿੱਤਾ ਜਾਂਦਾ। ਤੇ ਹੁਣ ਉਹਨਾਂ ਦੇ ਇੱਕ ਨਹਿਲੇ ਦੇ ਉੱਪਰ ਦਹਿਲਾ ਮਾਰਿਆ ਗਿਆ। ਇਹ ਕਿਹੜੇ ਮਾਮਲੇ ਦੇ ਵਿੱਚ ਨਹਿਲੇ ਤੇ ਦਹਿਲਾ ਵੱਜਿਆ ਹੈ ਕਿ ਇਹ ਦਹਿਲਾ ਹੁਣ ਨਹਿਲੇ ਨੂੰ ਦਬਦਾ ਹੋਇਆ ਦਿਖਾਈ ਦੇਗਾ। ਇਹ ਨਹਿਲੇ ਤੇ ਦਹਿਲੇ ਵਾਲਾ ਮੈਂ ਗੱਲ ਕਰ ਰਿਹਾ ਵਾਈਸ ਚਾਂਸਲਰ ਤੇ ਚੇਅਰਮੈਨ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ, ਕਿਉਂਕਿ ਵਾਈਸ ਚਾਂਸਲਰ ਜੋ ਚੁਆਇਸ ਸੀ ਉਹ ਗਵਰਨਰ ਸਾਹਿਬ ਦੀ ਸੀ, ਲੇਕਿਨ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਚੇਅਰਮੈਨ ਸਾਹਿਬ ਵਾਂਡਰ ਸਾਹਿਬ ਨੂੰ ਹੁਣ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਤੇ ਕਿਵੇਂ ਦੇਖ ਰਹੇ ਹੋ ਭਗਵੰਤ ਮਾਨ ਦੀ ਇਸ ਨੀਤੀ ਨੂੰ? ਦੇਖੋ ਮਾਨ ਸਾਹਿਬ ਬੀਤੇ ਦੌਰ ਵਿੱਚ ਪੰਜਾਬ ਦੇ ਰਾਜਪਾਲ ਔਰ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਟਕਰਾਓ ਜਿਹੜਾ ਉਹ ਚੱਲਦਾ ਰਿਹਾ। ਜਿਹੜੀ ਫਾਈਲ ਪੰਜਾਬ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਗਵਰਨਰ ਸਾਹਿਬ ਉਹਦੇ ਉੱਤੇ ਆਬਜੈਕਸ਼ਨ ਲਾ ਦਿੰਦੇ ਆ, ਗਵਰਨਰ ਸਾਹਿਬ ਜਵਾਬ ਮੰਗਦੇ ਆ, ਪੰਜਾਬ ਦੇ ਮੁੱਖ ਮੰਤਰੀ ਉਸ ਦਾ ਜਵਾਬ ਨਹੀਂ ਦਿੰਦੇ। ਜੇ ਫਿਰ ਜਵਾਬ ਦਿੰਦੇ ਆ ਉਹਨਾਂ ਨੂੰ ਚਿੱਠੀ ਕੋਈ ਪਾ ਦਿੰਦੇ ਆ, ਲੋਕਾਂ ਨੂੰ ਚਿੱਠੀ ਕੋਈ ਦੱਸ ਦਿੰਦੇ ਆ। ਤਾਂ ਹਮੇਸ਼ਾ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਹਮੇਸ਼ਾ ਦੱਸਣ ਦਾ ਯਤਨ ਕੀਤਾ ਜਾਂਦਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਜਾਣਬੁੱਝ ਕੇ ਪੰਜਾਬ ਦੇ ਉਹਨਾਂ ਮਸਲਿਆਂ ਦੇ ਵਿੱਚ ਆਪਣਾ ਅੜਿੱਕਾ ਪਾਉਂਦੇ ਨੇ ਜਿਹੜੇ ਸਰਕਾਰ ਵੱਲੋਂ ਪਾਸ ਕੀਤੇ ਜਾਂਦੇ ਨੇ ਜਾਂ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿੱਚ ਜਿਹੜੇ ਫੈਸਲੇ ਕਰਦੇ ਹੁੰਦੇ ਆ। ਰਾਜਪਾਲ ਸਾਹਿਬ ਉਹਨਾਂ ਦੇ ਵਿੱਚ ਅਨਅਧਿਕਾਰਤ ਤੌਰ ਤੇ ਜਿਹੜੀ ਆ ਉਹ ਦਖਲ ਅੰਦਾਜ਼ੀ ਕਰਦੇ ਆ ਤੇ ਭਾਵ ਉਹਨਾਂ ਨੂੰ ਕੰਮ ਪੂਰਨ ਤੌਰ ਤੇ ਕਰਨ ਨਹੀਂ ਦੇ ਰਹੇ। ਇਹ ਪ੍ਰਭਾਵ ਜਿਹੜਾ ਦੇਣ ਦਾ ਬੀਤੇ ਦੌਰ ਵਿੱਚ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹੁਣ ਇਸ ਸੰਬੰਧ ਵਿੱਚ ਚਾਹੇ ਨਿਯੁਕਤੀ ਦਾ ਮਸਲਾ ਹੋਵੇ, ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮਸਲਾ ਹੋਵੇ, ਚਾਹੇ ਹੋਰ ਟੀਚਰ ਜਿਹੜੇ ਬਾਹਰ ਭੇਜੇ ਸੀ ਉਹਨਾਂ ਦੀ ਜਾਣਕਾਰੀ ਮੰਗਣ ਦਾ ਮਸਲਾ ਹੋਵੇ, ਬਹੁਤ ਮਸਲੇ ਨੇ ਇੱਦਾਂ ਦੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਆਮੋ ਸਾਹਮਣੇ ਆਏ ਨੇ ਬਹੁਤ ਹੋਏ। ਇਹੋ ਜਿਹਾ ਹੀ ਮਸਲਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਸੀ। ਤੁਹਾਨੂੰ ਯਾਦ ਹੋਵੇਗਾ ਕਿ ਉਸ ਵੇਲੇ ਨਾਮੀ ਜਿਹੜੇ ਸਰਜਨ ਸਿੰਘ ਡਾਕਟਰ ਰਾਜ ਬਹਾਦਰ, ਉਹਨਾਂ ਨੂੰ ਉਸ ਵਕਤ ਦੇ ਜਿਹੜੇ ਚੇਤਨ ਸਿੰਘ ਜੋਰਾ ਮਾਜਰਾ ਜਿਹੜੇ ਸਿਹਤ ਮੰਤਰੀ ਸਨ ਉਹਨਾਂ ਨੇ ਉਹਨਾਂ ਨੂੰ ਗੰਦੇ ਗੱਦੇ ਤੇ ਲਟਾਇਆ ਸੀ ਜਦੋਂ ਹਸਪਤਾਲ ਦੀ ਉਹ ਚੈਕਿੰਗ ਕਰਨ ਗਏ। ਤਾਂ ਉਸ ਗੱਲ ਦੀ ਵਿਰੋਧਤਾ ਨੂੰ ਲੈ ਕੇ ਡਾਕਟਰ ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਤੇ ਉਹ ਵਾਈਸ ਚਾਂਸਲਰ ਦੀ ਜਿਹੜੀ ਕੁਰਸੀ ਸੀ ਉਹ ਖਾਲੀ ਹੋ ਗਈ। ਉਸ ਤੋਂ ਮਗਰੋਂ ਜਦੋਂ ਫਿਰ ਦੁਬਾਰਾ ਨਿਯੁਕਤੀ ਦੀ ਗੱਲ ਹੋਈ ਤਾਂ ਡਾਕਟਰ ਗੁਰਮੀਤ ਸਿੰਘ ਵਾਡਰ ਨੂੰ ਪੰਜਾਬ ਸਰਕਾਰ ਦੇ ਵਾਈਸ ਚਾਂਸਲਰ ਜਿਹੜਾ ਉੱਥੇ ਲਾ ਦਿੱਤਾ। ਤਾਂ ਉਸ ਦੀ ਫਾਈਲ ਪ੍ਰਵਾਨਗੀ ਲੈਣ ਵਾਸਤੇ ਜਿਹੜੀ ਸੀ ਮਾਨਯੋਗ ਗਵਰਨਰ ਸਾਹਿਬ ਕੋਲ ਭੇਜੀ ਗਈ, ਪਰ ਗਵਰਨਰ ਸਾਹਿਬ ਨੇ ਉਹ ਫਾਈਲ ਵਾਪਸ ਭੇਜ ਦਿੱਤੀ ਤੇ ਇਹ ਆਬਜੈਕਸ਼ਨ ਲਾਇਆ ਕਿ ਇਸ ਦਾ ਪੈਨਲ ਜਿਹੜਾ ਠੀਕ ਨਹੀਂ ਆ, ਤਿੰਨਾਂ ਬੰਦਿਆਂ ਦਾ ਜਾਂ 4 ਬੰਦਿਆਂ ਦਾ ਜੋ ਵੀ ਪੈਨਲ ਆ ਉਹ ਲਾ ਕੇ ਭੇਜਿਆ ਜਾਏ, ਫਿਰ ਜਿਹੜੀ ਹੈ ਨਿਯੁਕਤੀ ਨੂੰ ਪ੍ਰਵਾਨਗੀ ਦੇਣਗੇ। ਤਾਂ ਉਹ ਮਸਲਾ ਜਿਹੜਾ ਉਹ ਲਟ ਗਿਆ, ਪ੍ਰਵਾਨਗੀ ਗਵਰਨਰ ਸਾਹਿਬ ਨੇ ਦਿੱਤੀ ਨਹੀਂ, ਇਹਨਾਂ ਨੇ ਕੋਈ ਲਿਸਟ ਜਿਹੜੀ ਭੇਜੀ ਨਹੀਂ ਤੇ ਉਹ ਮਸਲਾ ਉਸੇ ਤਰੀਕੇ ਨਾਲ ਚੱਲਦਾ ਰਿਹਾ। ਇਹੋ ਜਿਹਾ ਮਸਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਵੇਖਣ ਨੂੰ ਸਾਹਮਣੇ ਆਇਆ ਸੀ। ਉਦੋਂ ਵੀ ਗਵਰਨਰ ਤੇ ਪੰਜਾਬ ਸਰਕਾਰ ਦੇ ਵਿੱਚ ਆਮੋ ਸਾਹਮਣੇ ਹੋ ਗਈ ਸੀ। ਭਾਵ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਜਿਹੜੀ ਕੁਰਸੀ ਆ ਬੀਤੇ ਲੰਮੇ ਸਮੇਂ ਤੋਂ ਜਿਹੜੀ ਉਹ ਖਾਲੀ ਪਈ ਹੈ, ਸਿਰਫ ਮਾਨਯੋਗ ਗਵਰਨਰ ਸਾਹਿਬ ਤੇ ਭਗਵੰਤ ਮਾਨ ਵਿਚਕਾਰ ਜਿਹੜੀ ਤਣਾਤਣੀ ਨੂੰ ਲੈ ਕੇ। ਹੁਣ ਡਾਕਟਰ ਗੁਰਮੀਤ ਸਿੰਘ ਵਾਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦਾ ਚੇਅਰਮੈਨ ਜਿਹੜਾ ਉਹ ਲਗਾ ਦਿੱਤਾ ਗਿਆ। ਨਾਲ ਉਸ ਦੇ ਵਿੱਚ ਕੁਝ ਅਫਸਰ ਜਿਹੜੇ ਨੇ ਉਹ ਮੈਂਬਰ ਲਾਏ ਗਏ ਨੇ ਤੇ ਨਾਲ ਹੀ ਕੁਝ ਵਿਧਾਇਕ ਉਹਨਾਂ ਨੂੰ ਵੀ ਉਸ ਬੋਰਡ ਦੇ ਵਿੱਚ ਸ਼ਾਮਲ ਕੀਤਾ ਗਿਆ। ਤੇ ਇਸ ਬੋਰਡ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਵਿਧਾਇਕ ਵੀ ਹਨ ਜਿਨ੍ਹਾਂ ਦੇ ਉੱਤੇ ਬੀਤੇ ਦਿਨਾਂ 'ਚ ਮੋਗੇ ਦੇ ਏਸੀਆਂ ਦਾ ਰੌਲਾ ਜਿਹੜਾ ਪਿਆ ਸੀ, ਜਦ ਤੱਕ ਮੈਂ ਗਲਤ ਨਾ ਹੋਵਾਂ। ਭਾਵ ਕਿ ਇੱਕ ਬੋਰਡ ਜਿਹੜਾ ਉਹ ਗਠਨ ਕਰ ਦਿੱਤਾ ਗਿਆ ਜਿਹੜਾ ਯੂਨੀਵਰਸਿਟੀ ਦੇ ਸਾਰੇ ਪ੍ਰਬੰਧਾਂ ਨੂੰ ਜਿਹੜਾ ਉਹ ਵੇਖੇਗਾ। ਤਾਂ ਉਸ ਦੇ ਚੇਅਰਮੈਨ ਜਿਹੜੇ ਨੇ ਡਾਕਟਰ ਗੁਰਮੀਤ ਸਿੰਘ ਵਾਡਰ ਨਿਯੁਕਤ ਕਰ ਦਿੱਤੇ ਗਏ ਨੇ। ਹੁਣ ਇੱਕ ਕਿਸਮ ਨਾਲ ਇਸ ਨੂੰ ਜੇ ਤੁਸੀਂ ਨੇਲੇ ਤੇ ਦਿਲਾ ਕਹੋ ਤਾਂ ਬਿਲਕੁਲ ਇਹ ਗੱਲ ਠੀਕ ਲੱਗਦੀ ਹੈ, ਕਿਉਂਕਿ ਜੇਕਰ ਗਵਰਨਰ ਦੇ ਉਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਸ ਵਿਅਕਤੀ ਨੂੰ ਲਾਉਣ ਤੋਂ ਇਨਕਾਰ ਕੀਤਾ ਹੋਵੇ ਤਾਂ ਤੁਸੀਂ ਉਸ ਨੂੰ ਚੇਅਰਮੈਨ ਦੇ ਰੂਪ 'ਚ ਸਥਾਪਿਤ ਕਰ ਦਿਓ, ਤਾਂ ਕੁਦਰਤੀ ਤੌਰ ਤੇ ਇਸ ਦਾ ਪ੍ਰਭਾਵ ਇਹੋ ਹੀ ਜਾਂਦਾ ਕਿ ਭਗਵੰਤ ਮਾਨ ਸਿੱਧਾ ਗਵਰਨਰ ਨਾਲ ਟਕਰਾਓ ਦੀ ਨੀਤੀ ਜੇ ਗਵਰਨਰ ਦੀਆਂ ਸ਼ਕਤੀਆਂ ਨੂੰ ਜਿਹੜੇ ਉਹ ਵੰਗਾਰ ਤੇ ਪਏ ਨੇ। ਹੁਣ ਇਹ ਵੇਖਣਾ ਹੋਵੇਗਾ ਕਿ ਇਹ ਜਿਹੜਾ ਜਿਹੜਾ ਚੇਅਰਮੈਨ ਲਾਇਆ ਗਿਆ ਪ੍ਰਬੰਧਕੀ ਬੋਰਡ ਦਾ, ਕੀ ਇਸ ਦੀਆਂ ਪਾਵਰਾਂ ਵਾਈਸ ਚਾਂਸਲਰ ਤੋਂ ਉੱਤੇ ਹੋਣਗੀਆਂ ਜਾਂ ਉਸ ਦੇ ਥੱਲੇ ਹੋਣਗੀਆਂ। ਤੇ ਸੈਕੰਡਲੀ ਇਹ ਵੀ ਇੱਕ ਤੱਥ ਵੇਖਣ ਵਾਲਾ ਹੋਵੇਗਾ ਕਿ ਕੱਲ ਨੂੰ ਵਾਈਸ ਚਾਂਸਲਰ ਔਰ BC ਮਾਕਰ ਦਾ ਚੇਅਰਮੈਨ ਦੇ ਵਿਚਕਾਰ ਕਿਸੇ ਗੱਲਾਂ ਨੂੰ ਲੈ ਕੇ ਟਕਰਾਓ ਹੋ ਸਕਦਾ। ਹੁਣ ਇਹਦੇ ਉੱਤੇ ਨਜ਼ਰ ਜਿਹੜੀ ਉਹ ਟਿਕੀ ਰਹੂਗੀ।
ਪਰ ਹੁਣ ਮਸਲਾ ਇਹ ਆ ਕਿ ਜਿਸ ਤਰੀਕੇ ਨਾਲ ਇੱਕ ਨਵੀਂ ਪੋਸਟ ਜਿਹੜੀ ਹੈ ਉਹ ਕ੍ਰੀਏਟ ਕਰਕੇ ਚੇਅਰਮੈਨ ਜਿਹੜਾ ਪ੍ਰਬੰਧਕੀ ਬੋਰਡ ਦਾ ਲਾ ਦਿੱਤਾ ਗਿਆ, ਕੀ ਇਸ ਦਾ ਕੋਈ ਵਿਧੀ ਵਿਧਾਨ ਹੈ? ਪ੍ਰਸ਼ਨ ਇਹ ਵੀ ਹੈ, ਕਿਉਂਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ ਮੈਨੂੰ ਯਾਦ ਆ ਕਿ ਗੁਰੂ ਨਾਨਕ ਤੇ ਯੂਨੀਵਰਸਿਟੀ ਦੇ ਵਿਚਕਾਰ ਜਦੋਂ ਵਾਈਸ ਚਾਂਸਲਰ ਸੀ ਤਾਂ ਮੈਂ ਇਹ ਗੱਲ, ਜੇ ਮੈਂ ਗਲਤ ਨਾ ਹੋਵਾਂ ਤਾਂ ਗੱਲ ਮੈਂ 95 ਤੋਂ ਬਾਅਦ ਦੀ ਗੱਲ ਲੱਗਾ ਕਰਦਾ ਕਿ ਉਸ ਵਕਤ ਇੱਕ ਨਵੀਂ ਪੋਸਟ ਜਿਹੜੀ ਸੀ OST ਲਾ ਦਿੱਤੀ ਗਈ, ਆਫਿਸਰ ਔਨ ਸਪੈਸ਼ਲ ਡਿਊਟੀ, ਵਾਈਸ ਚਾਂਸਲਰ ਦਾ। ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ OST ਲਾਇਆ ਗਿਆ, ਉਸ ਦੀਆਂ ਜਿਹੜੀਆਂ ਪਾਵਰਾਂ ਸੀ ਉਹ ਜਿਹੜੀਆਂ ਵਾਈਸ ਚਾਂਸਲਰ ਤੋਂ ਜ਼ਿਆਦਾ ਸਨ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ OST, ਹਾਲਾਂਕਿ OST ਕੋਈ ਪੋਸਟ ਆਪਣੇ ਆਪ 'ਚ ਹੁੰਦੀ ਨਹੀਂ, ਇਹ ਆਪਣੇ ਬੰਦਿਆਂ ਨੂੰ ਫਿੱਟ ਕਰਨ ਵਾਸਤੇ ਅਜਿਹੀਆਂ ਪੋਸਟਾਂ ਜਿਹੜੀਆਂ ਕ੍ਰੀਏਟ ਕੀਤੀਆਂ ਜਾਂਦੀਆਂ। ਤਾਂ ਉਸ ਵਕਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਇੱਕ OST ਸਰਕਾਰ ਵੱਲੋਂ ਲਾ ਦਿੱਤਾ ਗਿਆ, ਜਿਹੜਾ ਸਾਰੇ ਯੂਨੀਵਰਸਿਟੀ ਦੇ ਕੰਮਾਂ ਦੀ ਦੇਖਰੇਖ ਕਰਦਾ ਸੀ ਤੇ ਸਰਕਾਰ ਨੂੰ ਆਪਣੀ ਰਿਪੋਰਟ ਭੇਜਦਾ ਸੀ। ਤੇ ਵਾਈਸ ਚਾਂਸਲਰ ਦੀਆਂ ਤਾਕਤਾਂ ਦੇ ਜਿਹੜੇ ਪਰ ਸੀ ਉਹ ਕੱਟ ਦਿੱਤੇ ਗਏ। ਤੇ ਜਿਹੜਾ ਉਹ OST ਆ ਇਸ ਵੇਲੇ ਕਿਸੇ ਚੰਡੀਗੜ੍ਹ ਦੇ ਲਾਗੇ ਜਾਂ ਪਤਾ ਨਹੀਂ ਕਿਤੇ ਲਾਗੇ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਉਹ ਕੰਮ ਜਿਹੜੇ ਉਹ ਕਰ ਰਹੇ। ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਆਹ ਜਿਹੜਾ ਚੇਅਰਮੈਨ ਜਿਹੜਾ ਲਾਇਆ ਗਿਆ, ਜਿਸ ਤਰੀਕੇ ਨਾਲ ਡਾਕਟਰ ਗੁਰਬੀਰ ਸਿੰਘ ਬਾਡਰ ਨੂੰ ਲਾਇਆ, ਕੀ ਇਹ ਵਾਈਸ ਚਾਂਸਲਰ ਦੇ ਬਰਾਬਰ ਇੱਕ ਨਵੀਂ ਸ਼ਕਤੀ ਨੂੰ ਖਰੀਦਣ ਦੀ ਗੱਲ ਹੋਵੇਗੀ? ਸੋ ਸਥਿਤੀਆਂ ਹੁਣ ਵੇਖਣ ਵਾਲੀਆਂ ਇਹ ਹੋਣਗੀਆਂ। ਪਰ ਹਾਂ, ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਵੀ ਮਾਨ ਸਰਕਾਰ ਨੇ ਆਪਾਂ ਕਹਿ ਸਕਦੇ ਕਿ ਗਵਰਨਰ ਕੋਲ ਇਹ ਅਧਿਕਾਰ ਲੈਣ ਵਾਸਤੇ ਵੀ ਮਤਾ ਜਿਹੜਾ ਪਾਸ ਕੀਤਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਨਿਯੁਕਤ ਕਰਨ ਦੀ ਜਿਹੜੀ ਪਾਵਰ ਆ ਉਹ ਗਵਰਨਰ ਕੋਲ ਨਹੀਂ ਬਲਕਿ ਸਰਕਾਰ ਕੋਲ ਹੋਵੇਗੀ। ਇਹ ਕਿਸਮ ਨਾਲ ਉਹ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਗਵਰਨਰ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਸਤੇ ਹੀ ਉਹ ਬਿੱਲ ਜਿਹੜਾ ਜਾਂ ਉਹ ਮਤਾ ਜਿਹੜਾ ਪਾਸ ਕੀਤਾ ਗਿਆ। ਹੁਣ ਆਹ ਜਿਹੜੇ ਚੇਅਰਮੈਨ ਨਿਯੁਕਤੀ ਜਿਹੜੀ ਕੀਤੀ ਗਈ ਹੈ, ਕੁਦਰਤੀ ਤੌਰ ਤੇ ਇਸ ਨੂੰ ਨੇਲੇ ਦੇ ਦੇਲੇ ਦੇ ਰੂਪ ਦੇ ਵਿੱਚ ਹੀ ਵੇਖਿਆ ਜਾ ਸਕਦਾ। ਤਾਂ ਹੁਣ ਇਹ ਵੇਖਣਾ ਵਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਰਾਜਪਾਲ ਸਾਹਿਬ ਦੀ ਇਹਦੇ ਪ੍ਰਤੀ ਜਿਹੜੀ ਭੂਮਿਕਾ ਆ ਉਹ ਕੀ ਹੁੰਦੀ ਹੈ। ਜੀ ਬਿਲਕੁਲ ਬਿਲਕੁਲ, ਰਾਜਪਾਲ ਸਾਹਿਬ ਦਾ ਰਿਐਕਸ਼ਨ ਤਾਂ ਦੇਖਣਾ ਹੋਵੇਗਾ। ਲੇਕਿਨ ਇੱਕ ਗੱਲ ਕਲੀਅਰ ਹੈ ਵੀ ਜੇਕਰ ਭਗਵੰਤ ਮਾਨ ਨੇ ਕਲੀਅਰ ਸੰਦੇਸ਼ ਦਿੱਤਾ ਹੈਗਾ ਰਾਜਪਾਲ ਸਾਹਿਬ ਨੂੰ ਵੀ ਜੇਕਰ ਤੁਸੀਂ ਸਾਡੀ ਨਹੀਂ ਮੰਨੋਗੇ ਤਾਂ ਸੁਣਨੀ ਅਸੀਂ ਤੁਹਾਡੀ ਵੀ ਨਹੀਂ, ਕਿਉਂਕਿ ਰਾਜਪਾਲ ਸਾਹਿਬ ਨੇ ਪੈਨਲ ਮੰਗਾ ਕੇ ਆਪਣੀ ਪਸੰਦ ਦਾ ਦਿੱਲੀ ਤੋਂ ਲਿਆ ਕੇ ਬੰਦਾ ਵਾਈਸ ਚਾਂਸਲਰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਉਹਦੇ ਉੱਪਰ ਵੀ ਭਗਵੰਤ ਮਾਨ ਦੇ ਵੱਲੋਂ ਇੱਕ ਬੰਦਾ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਪਣਾ ਗੁਰਪ੍ਰੀਤ ਸਿੰਘ ਬਾਂਡਰ ਜੀ ਨੂੰ ਪਹਿਲਾਂ VC ਲਾਉਣਾ ਚਾਹੁੰਦੇ, ਉਹਨੂੰ ਚੇਅਰਮੈਨ ਦੇ ਰੂਪ ਦੇ ਵਿੱਚ ਉਹਨਾਂ ਦੇ ਉੱਪਰ ਬਿਠਾਇਆ ਜਾਂ ਫਿਰ ਉਹਨਾਂ ਦੇ ਬਰਾਬਰ ਬਿਠਾਇਆ। ਸ਼ਕਤੀਆਂ ਦੀ ਗੱਲ ਕੀ ਹੈ ਇਹ ਵੀ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਣਗੀਆਂ ਵੀ ਕਿਹਦੀ ਸ਼ਕਤੀ ਕਿਹਦੇ ਉੱਪਰ ਭਾਰੀ ਪੈਣ ਵਾਲੀ ਹੈ। ਤੇ ਉਧਰ ਗੱਲ ਕਰੀਏ ਹੁਣ ਕੱਚੇ ਅਧਿਆਪਕਾਂ ਨੂੰ ਲੈ ਕੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ। ਹਾਲਾਂਕਿ ਭਗਵੰਤ ਮਾਨ ਸਰਕਾਰ ਲਗਾਤਾਰ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੇ ਵੱਲੋਂ ਤਕਰੀਬਨ 14,500 ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ, ਲੇਕਿਨ ਉਹ ਪੱਕੇ ਮੁਲਾਜ਼ਮ ਜਿਨ੍ਹਾਂ ਨੂੰ ਹੁਣ ਪੱਕਾ ਕੀਤਾ ਗਿਆ ਸੀ ਭਾਵੇਂ ਅਜੇ ਵੀ ਟੈਂਕੀਆਂ ਉੱਪਰ ਨੇ ਤੇ ਨੋਟਿਸ ਭੇਜਦੇ ਹੋਏ ਦਿਖਾਈ ਦੇ ਰਹੇ ਨੇ। ਇਸੇ ਦਰਮਿਆਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਇੱਕ ਬਿਆਨ ਆਉਂਦਾ ਹੈ ਕਿ ਪਟਿਆਲਾ ਸਥਿਤ ਆਯੁਰਵੈਦਿਕ ਕਾਲਜ ਆ ਉਹਦੇ ਪੂਰੇ ਸਟਾਫ ਨੂੰ ਹੁਣ ਜੋ ਉਹਨਾਂ ਦਾ ਰੈਗੂਲਰ ਸਟਾਫ ਕੱਚਾ ਸਟਾਫ ਹੈ ਉਹਨੂੰ ਰੈਗੂਲਰ ਕਰ ਦਿੱਤਾ ਜਾਵੇਗਾ, ਉਹਨੂੰ ਵੀ ਪੱਕਾ ਕਰ ਦਿੱਤਾ ਜਾਏਗਾ। ਅਣਖੀ ਜੀ ਇਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਭਗਵੰਤ ਮਾਨ ਜੀ ਵੱਲੋਂ ਪੱਕੇ ਕੀਤੇ ਹੋਏ ਜਿਹੜੇ ਅਧਿਆਪਕ ਨੇ ਉਹ ਅਜੇ ਤੱਕ ਆਪਦੇ ਆਪ ਨੂੰ ਪੱਕਾ ਨਹੀਂ ਸਮਝ ਰਹੇ। ਉਹ ਸਰਕਾਰ ਦੇ ਵਿਰੁੱਧ, ਸਰਕਾਰ ਦੀ ਨੀਤੀ ਦੇ ਵਿਰੁੱਧ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ। ਤੇ ਉਧਰੋਂ ਸਿਹਤ ਮੰਤਰੀ ਇਹ ਕਹਿੰਦੇ ਨੇ ਭਾਈ ਆਯੁਰਵੈਦਿਕ ਕਾਲਜ ਜਿਹਨੂੰ ਕਿ ਬੰਦ ਕਰਨ ਦੀਆਂ ਗੱਲਾਂ ਚੱਲੀਆਂ ਤੇ ਚਰਚਾਵਾਂ ਚੱਲੀਆਂ ਸੀ ਵੀ ਅਸੀਂ ਬੰਦ ਨਹੀਂ ਕਰਨਾ, ਇੱਥੇ ਫਾਰਮੇਸੀ ਸ਼ੁਰੂ ਕਰਨੀ ਹੈ, ਕਾਲਜ ਵੀ ਸ਼ੁਰੂ ਕਰਨੇ ਤੇ ਨਾਲ ਹੀ ਨਾਲ ਪੂਰੇ ਸਟਾਫ ਨੂੰ ਵੀ ਪੱਕਾ ਕੀਤਾ ਜਾਏਗਾ। ਕਿਵੇਂ ਦੇਖ ਰਹੇ ਹੋ ਇਹ ਵਾਅਦਾ ਹੁਣ ਵਫਾ ਹੋਏਗਾ ਜਾਂ ਫਿਰ ਕੱਚੇ ਮੁਲਾਜ਼ਮਾਂ ਵਾਲਾ ਹਾਲ ਇੱਥੇ ਵੀ ਹੋਣ ਵਾਲਾ ਹੈ? ਮਾਨ ਸਾਹਿਬ ਪੱਕੇ ਦੇ ਬੀਤੇ ਦਿਨ ਸੰਗਰੂਰ ਦੇ ਵਿੱਚ ਵੀ ਅਧਿਆਪਕਾਂ ਨੂੰ ਕੀਤਾ। ਮਾਨ ਸਾਹਿਬ ਦੀ ਪੁਲਿਸ ਨੇ ਜਿਸ ਤਰੀਕੇ ਨਾਲ ਨਿਯੁਕਤੀ ਪੱਤਰ, ਮੈਡੀਕਲ ਪੱਤਰ ਵੰਡੇ ਨੇ ਉਹ ਸਾਰਿਆਂ ਲੋਕਾਂ ਨੇ ਵੇਖਿਆ ਹੈ ਕਿ ਕਿਸ ਤਰੀਕੇ ਨਾਲ ਹੱਕ ਮੰਗਦੇ ਅਧਿਆਪਕਾਂ ਨੂੰ ਉੱਥੇ ਮੌਜੂਦਾ ਪੁਲਿਸ ਨੇ ਨਿਯੁਕਤੀ ਪੱਤਰ ਪੱਕੇ ਦਿੱਤੇ ਨੇ ਡੰਡਿਆਂ ਦੇ ਨਾਲ। ਤੇ ਫਿਰ ਜਿਸ ਤਰੀਕੇ ਨਾਲ ਫਿਰ ਉਹ ਟੀਚਰਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ, ਉਹਦੇ ਸੰਬੰਧੀ ਵੀ ਫਿਰ ਨਿਯੁਕਤੀ ਪੱਤਰ ਤਾਂ ਨਹੀਂ ਦੇਣੇ ਸਨ ਪਰ ਕਾਰਨ ਦੱਸੋ ਨੋਟਿਸ ਜਿਹੜੇ ਜ਼ਰੂਰ ਕਰ ਦਿੱਤੇ ਗਏ। ਇਹ ਤਾਂ ਮਾਨ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਕੱਚੇ ਮੁਲਾਜ਼ਮਾਂ ਦੇ ਨਾਲ ਜੋ ਮਜ਼ਾਕ ਹੋ ਰਿਹਾ, ਮੇਰਾ ਨਹੀਂ ਖਿਆਲ ਕਿ ਇਸ ਦਾ ਕੋਈ ਹੱਲ ਜਿਹੜਾ ਕੋਈ ਨਿਕਲ ਸਕੇ। ਕਿਉਂਕਿ ਇਹ ਮਜ਼ਾਕ ਮੈਂ ਹੋਰ ਲੱਗਾ ਸਾ ਗੱਲ, ਕਿਉਂਕਿ ਇਹ ਮਜ਼ਾਕ ਸਿਰਫ ਅੱਜ ਹੀ ਨਹੀਂ ਹੋ ਰਿਹਾ। ਇਹਨਾਂ ਕੱਚੇ ਮੁਲਾਜ਼ਮਾਂ ਨਾਲ ਬੀਤੇ 5 ਸਾਲਾਂ ਤੋਂ ਪਹਿਲਾਂ, ਬੀਤੇ 5 ਸਾਲਾਂ ਦੇ ਵਿੱਚ ਤੋਂ ਉਸ ਤੋਂ ਪਹਿਲੇ 5 ਸਾਲਾਂ ਵਿੱਚ ਉਹਨਾਂ ਨੂੰ ਪੱਕਿਆਂ ਕਰਨ ਦੇ ਨਾਮ ਦੇ ਹੇਠ ਇਹੋ ਜਿਹਾ ਮਜ਼ਾਕ ਜਿਹੜਾ ਹੁੰਦਾ ਰਿਹਾ। ਤੇ ਉਹਨਾਂ ਸਰਕਾਰਾਂ ਦੀਆਂ ਲੀਹਾਂ ਤੇ ਹੀ ਆਮ ਆਦਮੀ ਪਾਰਟੀ ਚੱਲਦੀ ਨਜ਼ਰ ਆ ਰਹੀ ਹੈ।
ਜਿਹੜੀ ਰੋਜ਼ ਇਹ ਗੱਲ ਕਹਿੰਦੀ ਹੈ ਕਿ ਅਸੀਂ ਇਹ ਵੀ ਮੁਲਾਜ਼ਮ ਪੱਕੇ ਕਰਤੇ ਨੇ, ਅਸੀਂ ਇਹਨਾਂ ਨੂੰ ਵੀ ਨਿਯੁਕਤੀ ਪੱਤਰ ਕਰ ਦਿੱਤੇ ਆ, ਅਸੀਂ ਇਹ ਵੀ ਨਿਯੁਕਤੀ ਪੱਤਰ ਦੇ ਦਿੱਤੇ ਆ, ਤੇ ਫਿਰ ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਕਿ ਇਹ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਆ, ਜਿਹੜੇ ਡਾਂਗਾ ਉਧਰ ਖਾਣ ਡੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਨਿਯੁਕਤੀ ਪੱਤਰ ਪੱਕਿਆਂ ਕਰਦੇ ਦਿੱਤੇ ਨੇ, ਉਹ ਫਿਰ ਬੰਦੇ ਕਿਹੜੇ ਆ? ਜਿਹੜੇ ਫਿਰ ਆਏ ਰੋਜ਼ ਜਿਹੜੇ ਸੋਸ਼ਲ ਮੀਡੀਆ ਤੇ ਆਣ ਕੇ ਕਹਿੰਦੇ ਆ ਕਿ ਸਾਨੂੰ ਪੱਕਿਆਂ ਕਰੋ, ਉਹ ਕਿਹੜੇ ਆ? ਤੇ ਜਿਹੜੇ ਫਿਰ ਅਜੇ 36000 ਜਾਂ 30000 ਮੁਲਾਜ਼ਮ ਜਿਹੜਾ ਪੱਕਿਆਂ ਕਰਦਾ ਸੀ, ਜਿਹਦੇ ਵਾਸਤੇ ਭਗਵੰਤ ਮਾਨ ਹੁਣੀ ਕਹਿੰਦੇ ਸੀ ਕਿ ਮੇਰਾ ਹਰਾ ਪੈਨ ਚੱਲੂਗਾ, ਉਹ 30000 ਮੁਲਾਜ਼ਮ ਕਿੱਥੇ ਆ? ਇਹ ਕੁਝ ਸਮਝ ਨਹੀਂ ਲੱਗਣ ਡਈ ਕਿ ਇਹ ਕਿਹੜੇ ਮੁਲਾਜ਼ਮ ਇਹ ਪੱਕੇ ਕੀਤੇ ਜਾਂਦੇ ਆ, ਕਿਹੜੇ ਅਜੇ ਬਾਹਰ ਆ, ਤੇ ਕਿਹਨਾਂ ਨੂੰ ਕਰਦਾ। ਪਰ ਹਾਂ, ਸਰਕਾਰ ਦੇ ਮੰਤਰੀ ਤੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਇਹ ਦਾਅਵੇ ਜ਼ਰੂਰ ਕਰ ਦਿੰਦੇ, ਇਹ ਬਿਆਨ ਜ਼ਰੂਰ ਦਾਗ ਦਿੰਦੇ ਆ ਕਿ ਹਾਂਜੀ ਭਾਈ ਅਸੀਂ ਇੰਨੇ ਮੁਲਾਜ਼ਮ ਜਿਹੜੇ ਪੱਕੇ ਕਰ ਦਿੱਤੇ ਆ ਤੇ ਆਉਂਦਿਆਂ ਦਿਨਾਂ 'ਚ ਇੰਨੇ ਕਰ ਦੇਣੇ ਆ। ਬਾਕੀ ਉਹ 30000 ਮੁਲਾਜ਼ਮ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਚਲੋ ਨਹੀਂ ਕੀਤਾ। ਉਸ ਤੋਂ ਪਹਿਲਾਂ 2017 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣੀ ਜਾਣ ਲੱਗੇ ਤਾਂ ਉਹਨਾਂ ਦੀ ਸਰਕਾਰ ਵੀ ਇੱਕ ਨੋਟੀਫਿਕੇਸ਼ਨ ਬਣਾ ਕੇ ਕਰ ਗਈ, ਗਵਰਨਰ ਸਾਹਿਬ ਨੂੰ ਬਿੱਲ ਭੇਜਦਾ ਸੀ, ਪਤਾ ਕਿ ਅਗਲੇ ਦਿਨ ਕੋਡ ਆਫ ਕੰਡਕਟ ਲੱਗ ਜਾਣਾ, ਉਹ ਵੀ ਪੱਕਿਆਂ ਕਰ ਗਏ। ਉਹ ਜਿਹੜੇ ਮੁਲਾਜ਼ਮ ਪੱਕੇ ਨੇ, ਪਤਾ ਨਹੀਂ ਉਹ ਕਿਹੜੇ ਮੁਲਾਜ਼ਮ ਨੇ ਕਿ ਉਹ ਕਿਹੜੇ 30000 ਦੇ ਤੱਕ ਸ਼ਨਾਖਤ ਹੀ ਨਹੀਂ ਹੋ ਰਹੀ। ਤੇ ਜੇ ਉਹਨਾਂ ਸੰਬੰਧੀ ਇਹ ਵੀ ਰੌਲਾ ਪੈਂਦਾ ਕਿ ਸਰਕਾਰ ਦੀ ਪਾਲਿਸੀ ਬਣਾਤੀ, ਮਨਪ੍ਰੀਤ ਬਾਦਲ ਦੇ ਜਦੋਂ ਮੰਤਰੀ ਸੀ ਉਹਨੇ ਬਣਾਈ ਸੀ ਪਾਲਿਸੀ, ਫਿਰ ਕਹਿੰਦੇ ਹਰਪਾਲ ਚੀਮਾ ਦੀ ਮੌਜੂਦਾ ਸਰਕਾਰ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ, ਇੱਕ ਵਿਸ਼ੇਸ਼ ਕਾਡਰ ਸਥਾਪਿਤ ਕੀਤਾ ਗਿਆ, ਪਰ ਪਤਾ ਨਹੀਂ ਉਹ ਕਾਡਰ ਕਿੱਥੇ ਆ, ਕਦੋਂ ਹੋਣਾ ਜਾਂ ਕਦੋਂ ਨਹੀਂ ਹੋਣਾ। ਇਹ ਗੱਲ ਜ਼ਰੂਰੀ ਕਰਨੀ ਬਣਦੀ ਸੀ। ਤਾਂ ਹੁਣ ਜਿਹੜੀ ਸਥਿਤੀ ਆ ਹੁਣ ਸਿਹਤ ਮੰਤਰੀ ਸਾਹਿਬ ਦਾ ਬਿਆਨ ਆ ਗਿਆ ਕਿ ਸਰਕਾਰੀ ਆਯੁਰਵੈਦਿਕ ਕਾਲਜ ਬਾਖਰ ਜਿਹੜੇ ਆਯੁਰਵੈਦਿਕ ਕਾਲਜ ਆ ਪਟਿਆਲੇ ਦੇ, ਉਹਦੇ ਸਾਰੇ ਮੁਲਾਜ਼ਮਾਂ ਨੂੰ ਪੱਕਿਆਂ ਕਰ ਦਿੱਤਾ ਜਾਊਗਾ, ਉਹ ਜਿਹੜੇ ਕੱਚੇ ਸਨ। ਹੁਣ ਸਥਿਤੀ ਤਾਂ ਇਹੋ ਹੀ ਆ ਮਾਨ ਸਾਹਿਬ, ਕਿੱਡੀ ਤਰਾਸਦੀ ਆ ਕਿ ਇੱਕ ਮੈਡੀਕਲ ਕਾਲਜ ਹੋਵੇ, ਚਾਹੇ ਉਹ ਆਯੁਰਵੈਦਿਕ ਹੋਵੇ ਤੇ ਚਾਹੇ ਕੋਈ ਐਲੋਪੈਥਿਕ ਹੋਵੇ, ਗੱਲ ਇਹ ਨਹੀਂ ਹੈ ਜੇਕਰ ਉੱਥੋਂ ਦਾ ਸਟਾਫ ਹੀ ਕੱਚਾ, ਉਹ ਕਿਸ ਤਰੀਕੇ ਦੇ ਨਾਲ ਵਧੀਆ ਮਤਲਬ ਵਿਦਿਆਰਥੀ ਨੂੰ ਪੜ੍ਹਾ ਸਕੂਗਾ ਜੀ? ਕੀ ਉਹ ਚੰਗੇ ਫਾਰਮਾਸਿਸਟ ਪੈਦਾ ਕਰ ਸਕੇਗਾ? ਕੀ ਚੰਗੇ ਸਟਾਫ ਨਰਸਾਂ ਨੂੰ ਪੈਦਾ ਕਰ ਸਕੇਗਾ? ਚੰਗੇ ਡਾਕਟਰ ਨੂੰ ਪੈਦਾ ਕਰ ਸਕੇਗਾ ਜਿਨ੍ਹਾਂ ਨੂੰ ਆਪਣੀ ਨੌਕਰੀ ਦਾ ਪਤਾ ਨਹੀਂ ਕਿ ਕਿਹੜੇ ਵਕਤ ਜਵਾਬ ਦੇ ਜਾਣਾ? ਕੀ ਉਹ ਵਿਅਕਤੀ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾ ਸਕਣਗੇ? ਕਿਉਂਕਿ ਸਭ ਤੋਂ ਵੱਡਾ ਫਿਕਰ ਮਾਨ ਸਾਹਿਬ ਰੁਜ਼ਗਾਰ ਦਾ ਹੁੰਦਾ, ਤੇ ਜੇਕਰ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਰੋਟੀ ਦੇ ਚੱਕਰ ਦੇ ਵਿੱਚ ਹੀ ਵਿਅਸਤ ਜੇ ਤਾਂ ਮੇਰਾ ਨਹੀਂ ਖਿਆਲ ਕਿ ਤੁਸੀਂ ਆਪਣੀ ਫਿਰ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾ ਸਕੋ, ਕਿਉਂਕਿ ਤੁਹਾਨੂੰ ਫਿਕਰ ਹੀ ਇਹ ਆ ਕਿ ਤੁਹਾਡਾ ਕੰਮ ਹੋਣਾ ਕਿ ਨਹੀਂ ਹੋਣਾ। ਖੈਰ, ਹੁਣ ਜੇਕਰ ਬਲਬੀਰ ਸਿੰਘ ਹੁਣੀ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਪੱਕਿਆਂ ਕਰ ਦਿੱਤਾ ਜਾਊ, ਕੋਈ ਚੰਗੀ ਗੱਲ ਆ, ਜ਼ਰੂਰ ਹੋਣੇ ਚਾਹੀਦੇ ਆ। ਜੇਕਰ ਪੱਕੇ ਕਰਦੇ ਆ ਤਾਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਨੀ ਜਿਹੜੀ ਜ਼ਰੂਰ ਬਣਦੀ ਆ। ਪਰ ਕਿਰਪਾ ਇਹ ਆ ਕਿ ਇਹਨਾਂ ਵਿਦਿਆਰਥੀਆਂ ਜਾਂ ਮਾਫ ਕਰਦਾ ਇਹਨਾਂ ਬੰਦਿਆਂ ਨੂੰ ਉਸੇ ਤਰੀਕੇ ਨਾਲ ਪੱਕਿਆਂ ਨਾ ਕੀਤਾ ਜਾਵੇ ਕਿ ਜਿਸ ਤਰੀਕੇ ਨਾਲ ਸੰਗਰੂਰ ਦੇ ਵਿੱਚ ਬੰਦਿਆਂ ਨੂੰ ਪੰਜਾਬ ਪੁਲਿਸ ਨੇ ਪੱਕਿਆਂ ਕੀਤਾ। ਜੀ ਬਿਲਕੁਲ ਬਿਲਕੁਲ। ਲੇਕਿਨ ਜਿਸ ਤਰੀਕੇ ਨਾਲ ਹੁਣ ਬਿਆਨ ਆਏ ਨੇ ਵੀ ਰੈਗੂਲਰ, ਕਿਉਂਕਿ ਪਹਿਲਾਂ ਪੱਕਾ ਸ਼ਬਦ ਵਰਤਿਆ ਗਿਆ ਸੀ, ਲੇਕਿਨ ਇਸ ਮਾਮਲੇ ਦੇ ਵਿੱਚ ਰੈਗੂਲਰ ਸ਼ਬਦ ਵਰਤਦੇ ਹੋਏ ਨਜ਼ਰ ਆਏ ਨੇ ਡਾਕਟਰ ਬਲਬੀਰ ਸਿੰਘ। ਸੋ ਉਮੀਦ ਇਹੀ ਹੈ, ਕਿਉਂਕਿ ਮਾਨ ਸਰਕਾਰ ਲੱਗੀ ਹੋਈ ਜ਼ਰੂਰ ਹੈ ਕਿ ਪੱਕਾ ਕਰਨ ਵਾਸਤੇ ਮੁਲਾਜ਼ਮਾਂ ਨੂੰ, ਉਹ ਗੱਲ ਵੱਖਰੀ ਹੈ ਵੀ ਜੋ ਨੀਤੀਆਂ ਨੇ ਜਾਂ ਜੋ ਮੰਗਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਰਕਾਰ ਪੂਰਾ ਕਰ ਕੀ ਜਾ ਰਹੀ ਹੈ ਜਾਂ ਨਹੀਂ ਕਰ ਰਹੀ ਹੈ, ਇਹਦੇ ਉੱਪਰ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਡਾਕਟਰ ਬਲਬੀਰ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਵਾਅਦਾ ਕੀਤਾ ਗਿਆ ਹੈ, ਵਾਅਦਾ ਉਹਨਾਂ ਕੱਚੇ ਮੁਲਾਜ਼ਮਾਂ ਦੇ ਨਾਲ ਜਿਹੜੇ ਆਯੁਰਵੈਦਿਕ ਕਾਲਜ ਦੇ ਵਿੱਚ ਜੌਬ ਕਰ ਰਹੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਐਲਾਨ ਹੋਏਗਾ, ਕਦੋਂ ਨਿਯੁਕਤੀ ਪੱਤਰ ਮਿਲਦੇ ਨੇ, ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ। ਸੋ ਅਣਖੀ ਜੀ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਖਬਰਾਂ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।